ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਅਹਿਮ ਖਬਰਾਂ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵਾਪਸ ਲਏ ਕੋਰੋਨਾ ਕਾਲ ਵਿੱਚ ਜਾਰੀ ਕੀਤੇ ਆਦੇਸ਼। ਅਪਰਾਧੀਆਂ ਨੂੰ ਮਿਲੀ ਛੂਟ ਵਿੱਚ ਕਟੌਤੀ। ਚੰਡੀਗੜ੍ਹ ਨਗਰ ਨਿਗਮ ਵੱਲੋਂ ਨਵੀਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ। ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼। ਅਤੇ ਚੰਡੀਗੜ੍ਹ ਵਿੱਚ ਵੱਡੇ ਨਾਮੀ ਖਿਡਾਰੀਆਂ ਨੂੰ ਸਨਮਾਨ। ਸਪੋਰਟਸ ਕੰਪਲੈਕਸ 42 ਵਿੱਚ ਲਗਾਏ 8 ਪਲੇਅਰਸ ਦੇ ਪੋਰਟਰੇਟ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਿਹੜੇ ਹੁਕਮ ਕੋਰੋਨਾ ਕਾਲ ਦੇ ਵਿੱਚ ਜਾਰੀ ਕੀਤੇ ਸਨ ਉਹ ਹੁਣ ਸਾਰੇ ਵਾਪਸ ਲੈ ਲਏ ਗਏ ਹਨ, ਜਿਸ ਦੇ ਤਹਿਤ ਜਿੱਥੇ ਵੀ ਛੂਟ ਮਿਲੀ ਸੀ ਉਹ ਸਾਰੀ ਛੂਟ ਹੁਣ ਉਸ ਦੇ ਵਿੱਚ ਕਟੌਤੀ ਹੋ ਗਈ ਹੈ। ਤੇ ਇਸ ਦੇ ਨਾਲ ਜੋ ਅਪਰਾਧੀਆਂ ਨੂੰ ਵੀ ਛੂਟਾਂ ਦਿੱਤੀਆਂ ਗਈਆਂ ਸੀ ਉਸ ਦੇ ਵਿੱਚ ਵੀ ਵੱਡੇ ਪੱਧਰ ਤੇ ਕਟੌਤੀ ਹੋਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਰੋਨਾ ਕਾਲ ਦੇ ਵਿੱਚ ਜਾਰੀ ਕੀਤੇ ਗਏ ਰਾਹਤ ਦੇ ਆਦੇਸ਼ ਹੁਣ ਵਾਪਸ ਲੈ ਲਏ ਨੇ। ਕੋਈ ਬੇਘਰ ਨਾ ਹੋਵੇ ਤੇ ਜੇਲ੍ਹਾਂ ਵਿੱਚ ਕੈਦੀਆਂ ਦੀ ਭੀੜ ਨਾ ਹੋਵੇ, ਇਸ ਲਈ 1 ਸਾਲ ਪਹਿਲਾਂ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਸੀ ਤੇ ਹਾਈ ਕੋਰਟ ਨੇ ਬੀਤੇ ਸਾਲ 28 ਅਪ੍ਰੈਲ ਨੂੰ ਸੋ ਮੋਟੋ ਲੈਂਦੇ ਹੋਏ ਕੁੱਲ 12 ਹੁਕਮ ਜਾਰੀ ਕੀਤੇ ਸੀ ਤੇ ਹੁਣ ਕੋਰੋਨਾ ਦੇ ਹਾਲਾਤ ਕਾਫੀ ਹੱਦ ਤੱਕ ਠੀਕ ਹੋ ਗਏ ਨੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਫ ਜਸਟਿਸ ਤੇ ਆਧਾਰਿਤ ਡਬਲ ਬੈਂਚ ਨੇ ਇਹਨਾਂ ਨੂੰ ਵਾਪਸ ਲੈ ਲਿਆ ਤੇ ਹਾਈ ਕੋਰਟ ਦੇ ਐਡਵੋਕੇਟ ਅਦਿੱਤਿਆਜੀਤ ਸਿੰਘ ਚੱਢਾ ਨੇ ਹਾਊਸਿੰਗ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ ਦੇ ਵੱਲੋਂ ਇੱਕ ਅਰਜ਼ੀ ਦਾਇਰ ਕੀਤੀ ਸੀ ਤੇ ਅਰਜ਼ੀ ਵਿੱਚ ਗਹਿਣੇ ਰੱਖੇ ਗਏ ਰਿਹਾਇਸ਼ੀ ਮਕਾਨਾਂ ਦੀ ਨਿਲਾਮੀ ਪ੍ਰਕਿਰਿਆ ਨੂੰ ਸ਼ੁਰੂ ਕੀਤੇ ਜਾਣ ਸੰਬੰਧੀ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ, ਕਿਉਂਕਿ ਇਸ ਤੇ ਰੋਕ ਲੱਗੀ ਹੋਈ ਸੀ। ਐਮਐਕਸ ਕਿਊਰੀ ਨਿਯੁਕਤ ਕੀਤੇ ਗਏ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਸਮੇਤ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦਾ ਪ੍ਰਤੀਨਿਧਤਵ ਕਰਨ ਵਾਲੇ ਵਕੀਲਾਂ ਨੂੰ ਸੁਣਨ ਅਤੇ ਕੋਰੋਨਾ ਕਾਲ ਦੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਆਦੇਸ਼ ਜਾਰੀ ਕੀਤੇ ਗਏ। ਹਾਈ ਕੋਰਟ ਨੇ ਸੰਕੇਤ ਦਿੱਤਾ ਹੈ ਕਿ ਜੇ ਕੋਰੋਨਾ ਦੇ ਹਾਲਾਤ ਫਿਰ ਤੋਂ ਖਰਾਬ ਹੁੰਦੇ ਨੇ ਤਾਂ ਹਾਈ ਕੋਰਟ ਇਸ ਦਿਸ਼ਾ ਦੇ ਵਿੱਚ ਫਿਰ ਤੋਂ ਕੋਈ ਕਦਮ ਉਠਾ ਸਕਦਾ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਕੋਰੋਨਾ ਦੀ ਸਥਿਤੀ ਹੁਣ ਕਾਫੀ ਹੱਦ ਤੱਕ ਠੀਕ ਹੋ ਗਈ ਹੈ ਤੇ ਸਾਰੇ ਡੈਬਿਟ ਰਿਕਵਰੀ ਟ੍ਰਿਬਿਊਨਲ ਨੇ ਅਦਾਲਤੀ ਕਾਰਵਾਈ ਆਮ ਕਰ ਦਿੱਤੀ ਹੈ। ਜੇ ਕੋਈ ਵਿਅਕਤੀ ਵਿੱਤੀ ਸੰਸਥਾਵਾਂ ਦੀ ਕਾਰਵਾਈ ਨਾਲ ਸਹਿਮਤ ਨਾ ਹੋਵੇ ਤਾਂ ਉਹ ਡੀਆਰਟੀ ਜਾ ਸਕਦਾ ਹੈ। ਹਾਈ ਕੋਰਟ ਨੇ ਬੀਤੇ ਸਾਲ ਅਪ੍ਰੈਲ ਦੇ ਵਿੱਚ ਬੈਂਕਾਂ, ਵਿੱਤੀ ਸੰਸਥਾਵਾਂ, ਪ੍ਰਸ਼ਾਸਨਿਕ ਸੰਸਥਾਵਾਂ ਤੇ ਹੋਰ ਲੋਕਾਂ ਦੇ ਖਿਲਾਫ ਕਥਿਤ ਉਲੰਘਣਾਵਾਂ ਤੇ ਸਖਤ ਕਾਰਵਾਈ ਨਾ ਕਰਨ ਦੇ ਆਦੇਸ਼ ਜਾਰੀ ਕੀਤੇ ਸੀ ਤੇ ਆਦੇਸ਼ਾਂ ਦੇ ਮੁਤਾਬਿਕ ਕਿਸੇ ਵੀ ਅਦਾਲਤ ਵੱਲੋਂ ਸੁਣਾਏ ਗਏ ਆਦੇਸ਼ ਹਾਈ ਕੋਰਟ ਦੇ ਅਗਲੇ ਆਦੇਸ਼ਾਂ ਤੱਕ ਪ੍ਰਭਾਵ ਦੇ ਵਿੱਚ ਰਹਿਣਗੇ। ਹਾਲਾਂਕਿ ਅਦਾਲਤਾਂ ਨੂੰ ਸਥਿਤੀਆਂ ਦੇ ਹਿਸਾਬ ਨਾਲ ਆਦੇਸ਼ਾਂ ਵਿੱਚ ਸੋਧ ਕਰਨ, ਵਾਪਸ ਲੈਣ ਜਾਂ ਜਾਰੀ ਰੱਖਣ ਦੀ ਆਜ਼ਾਦੀ ਦਿੱਤੀ ਗਈ ਸੀ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਚੰਡੀਗੜ੍ਹ ਨਗਰ ਨਿਗਮ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਵੱਛਤਾ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਨੂੰ ਫਿਰ ਤੋਂ ਮੋਹਰੀ ਬਣਾਇਆ ਜਾ ਸਕੇ। ਇਸ ਦੇ ਚੱਲਦਿਆਂ ਨਵੇਂ ਕਦਮ ਪੁੱਟੇ ਜਾ ਰਹੇ ਨੇ। ਇਸ ਦੇ ਤਹਿਤ ਇੱਕ ਹੋਰ ਨਵੀਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਨਗਰ ਨਿਗਮ ਵੱਲੋਂ ਲੋਕਾਂ ਨੂੰ ਸਫਾਈ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਘਰ ਜਾ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਸਫਾਈ ਕਿੰਨੀ ਜ਼ਰੂਰੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2018 ਚ ਦੇਸ਼ 'ਚ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਸੀ, ਪਰ ਇਸ ਦੇ 8 ਸਾਲ ਬੀਤਣ ਤੋਂ ਬਾਅਦ ਵੀ ਚੰਡੀਗੜ੍ਹ ਨਗਰ ਨਿਗਮ ਸ਼ਹਿਰ ਨੂੰ ਸਾਫ਼ ਨਹੀਂ ਕਰ ਸਕਿਆ। ਪਰ ਹੁਣ ਨਗਰ ਨਿਗਮ ਚੰਡੀਗੜ੍ਹ ਦੇ ਵੱਲੋਂ ਇੱਕ ਨਵੀਂ ਮੁਹਿੰਮ ਸਵੱਛਤਾ ਦੀ ਕੜੀ ਟੁੱਟ ਨਾ ਜਾਵੇ, ਇੱਕ ਵੀ ਘਰ ਛੁੱਟ ਨਾ ਜਾਵੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ 'ਚ ਨਗਰ ਨਿਗਮ ਦੇ ਨਾਲ ਚੰਡੀਗੜ੍ਹ ਵੈਲਫੇਅਰ ਟਰਸਟ ਮਿਲ ਕੇ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੀ ਹੈ, ਜਿੱਥੇ ਕਿ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਨਗਰ ਨਿਗਮ ਦਫ਼ਤਰ ਤੋਂ ਝੰਡਾ ਫਹਿਰਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਘਰ ਜਾ ਕੇ ਸਵੱਛਤਾ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤੇ ਨਾਲ ਹੀ ਨਾਲ ਲੋਕਾਂ ਨੂੰ ਫੀਡਬੈਕ ਦੇਣ ਦੇ ਲਈ ਵੀ ਜਾਗਰੂਕ ਕੀਤਾ ਜਾਵੇਗਾ। जैसे आप सबको पता है कि प्रधानमंत्री जी ने 2014 में स्वच्छ भारत मिशन की शुरुआत की थी। स्वच्छ भारत मिशन 1 ख़त्म होने के बाद अब स्वच्छ भारत मिशन 2 की शुरुआत हो चुकी है पिछले साल अक्टूबर से। उसके तहत हमारी कोशिश है म्युनिसिपल कॉरपोरेशन चंडीगढ़ की तरफ से कि चंडीगढ़ इंडिया का सबसे सुंदर शहर तो है ही, उसके साथ ही सबसे साफ शहर भी बने। इसे सबसे साफ शहर बनाने में हमें अपने सिटीजन्स की मदद चाहिए। कॉरपोरेशन अकेला नहीं कर सकता है और सिटीजन्स तक हमारी बात पहुंचाने के लिए
चंडीगढ़ वेलफेयर ट्रस्ट की तरफ से एक पहल की गई। इन्होंने सतनाम सिंह संधू जी, जो कि हमारे चंडीगढ़ वेलफेयर ट्रस्ट के फाउंडर मेंबर हैं और चेयरमैन हैं, इन्होंने अपने स्टूडेंट्स की वॉलंटियर सर्विसेज हमें ऑफ़र की कि वो चंडीगढ़ के हर घर में जाएंगे और हमारा मैसेज हर घर के निवासी तक पहुंचाएंगे। पहला मैसेज तो हमारे सिटीज़न से को ये है कि वो हमारे इस स्वच्छता सर्वेक्षण के मुहिम में हमारे साथ जुड़े और उनकी कॉरपोरेशन अगर उन्हें लगता है कि अच्छा काम कर रही है, हाँ ऑफ कोर्स स्कोप ऑफ इम्प्रूवमेंट है, तो ज़रूर हमारे लिए एक वोट डाल के चंडीगढ़ को नंबर 1 बनाएं। ਉੱਥੇ ਹੀ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਵਾਸੀਆਂ ਨੂੰ ਜਾਗਰੂਕ ਕਰਕੇ ਹੀ ਚੰਡੀਗੜ੍ਹ ਨੂੰ ਸਵੱਛਤਾ ਦੇ ਪਹਿਲੇ ਨੰਬਰ ਤੇ ਲਿਆਂਦਾ ਜਾ ਸਕਦਾ ਹੈ ਤੇ ਇਸ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਵੀ ਕਰਨਗੇ ਕਿ ਅਸੀਂ ਚੰਡੀਗੜ੍ਹ ਨੂੰ ਨੰਬਰ 1 ਤੇ ਲੈ ਕੇ ਆਉਣ ਲਈ ਸਤਨਾਮ ਸਿੰਘ ਸੰਧੂ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਜੋ ਚੰਡੀਗੜ੍ਹ ਐਸਟੇਟ ਵੈਲਫੇਅਰ ਦੇ ਟਰਸਟ ਨੇ, ਕਿ ਉਹ ਕਿਵੇਂ ਸਾਡੇ ਨਾਲ ਆਪਣੇ ਵਲੰਟੀਅਰ ਨਾਲ ਜੁੜ ਕੇ ਅਸੀਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਅਸੀਂ ਕਿਵੇਂ ਫੀਡਬੈਕ ਦੇ ਸਕਦੇ ਹਾਂ, ਕਿਉਂਕਿ ਅਵੇਅਰ ਤੋਂ ਬਿਨਾਂ ਅਸੀਂ ਇਹ ਚੀਜ਼ ਨਹੀਂ ਕਰ ਸਕਦੇ। ਸੋ ਮੈਂ ਆਪਣੀ ਸਾਰੀ ਕਾਰਪੋਰੇਸ਼ਨ ਦੀ ਤਰਫ ਤੋਂ ਔਰ ਉਹਨਾਂ ਦੀ ਤਰਫ ਤੋਂ ਸਾਡੀ ਇਹੀ ਮੁਹਿੰਮ ਹੈ ਕਿ ਅਸੀਂ ਕਿਵੇਂ ਜੋ ਅਭਿਆਨ ਸ਼ੁਰੂ ਕੀਤਾ ਹੈ ਸਵੱਛ ਭਾਰਤ ਮਿਸ਼ਨ ਦਾ, ਉਹਨੂੰ ਕਿਵੇਂ ਪੂਰਾ ਕਰੀਏ। ਉਧਰ ਚੰਡੀਗੜ੍ਹ ਵੈਲਫੇਅਰ ਟਰਸਟ ਦੇ ਸਤਨਾਮ ਸੰਧੂ ਨੇ ਦੱਸਿਆ ਕਿ ਸ਼ੁਰੂਆਤੀ ਕੜੀ ਦੇ ਵਿੱਚ 1000 ਦੇ ਕਰੀਬ ਵॉलंटियर ਇਸ ਮੁਹਿੰਮ ਦੇ ਨਾਲ ਜੁੜੇ ਹੋਏ ਨੇ, ਜੋ ਕਿ ਚੰਡੀਗੜ੍ਹ 'ਚ 3 ਲੱਖ ਦੇ ਕਰੀਬ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਸਮੇਂ ਦੇ ਨਾਲ-ਨਾਲ ਹੋਰ ਲੋਕ ਵੀ ਇਸ ਦੇ ਨਾਲ ਜੁੜਦੇ ਰਹਿਣਗੇ। नहीं, हमें बहुत उम्मीद है जी, असर इसका डेफिनेटली होगा, क्योंकि ये अपनी तरह की ऐसी कैंपेन है जो पहली बार की जा रही है और इस स्केल पे कभी अवेयरनेस कैंपेन सिटीजन्स के लिए पहले नहीं हुई है। चंडीगढ़ वेलफेयर ट्रस्ट ने म्यूनसिपल कॉरपोरेशन के साथ मिलके चंडीगढ़ के 2,40,000 जो हाउस होल्ड हैं उन तक पहुंचने का एक कार्यक्रम शुरू किया है, एक मुहिम शुरू की है। हमारे वॉलंटियर्स हर घर में जाएंगे, लोगों को स्वच्छता सर्वेक्षण के बारे में और स्वच्छता अभियान के बारे में उनको अवेयर किया जाएगा। ये बेसिकली क्वालिटी ऑफ लाइफ के साथ जुड़ा हुआ मुद्दा है, ये लोगों का मुद्दा है, उनकी लाइफ को कैसे बेटर बनाया जा सकता है और चंडीगढ़ शहर की जो पुरानी महिमा है, जो पोजीशन है, उसको कैसे हम रिटेन कर सकते हैं, वापस लेके आ सकते हैं। तो ये पूरे शहर का मुद्दा है। मैं तो रिक्वेस्ट करना चाहूँगा कि म्यूनसिपल कॉरपोरेशन तो लगी हुई है, शहर की जितनी भी NGOs हैं, जितने भी वेलफेयर सोसाइटीज़ हैं हमारी, और जितने भी हमारे यहाँ पे NGOs काम कर रहे हैं, वो सारे इसके साथ जुड़े और इसके साथ जो बाकी इंस्टीट्यूशन है, पंजाब यूनिवर्सिटी है, पैक है, बाकी हमारे कॉलेजेस हैं, उन सभी को भी हम रिक्वेस्ट करेंगे कि वो भी उनके स्टूडेंट्स भी वो भी आके इस मुहिम के साथ जुड़ें, ताकि हम हर घर तक पहुंच कर पाएँ, लोगों को अवेयर कर पाएँ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਦੇ 8 ਸਾਲ ਬੀਤਣ ਤੋਂ ਬਾਅਦ ਵੀ ਚੰਡੀਗੜ੍ਹ ਨਗਰ ਨਿਗਮ ਸ਼ਹਿਰ ਨੂੰ ਸਾਫ਼ ਨਹੀਂ ਕਰ ਸਕਿਆ ਤੇ ਆਏ ਦਿਨ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਨਗਰ ਨਿਗਮ ਸਵੱਛਤਾ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਭੁੱਲ ਚੁੱਕਿਆ ਤੇ ਹੁਣ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਨਗਰ ਨਿਗਮ ਦੇ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਚੰਡੀਗੜ੍ਹ ਨਗਰ ਨਿਗਮ ਦੇ ਵੱਲੋਂ ਜੋ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਦੇ ਤਹਿਤ ਸ਼ਹਿਰ ਨੂੰ ਕਿੰਨਾ ਕੁ ਸਾਫ਼ ਸੁਥਰਾ ਰੱਖਿਆ ਜਾਂਦਾ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਇੱਕ ਸ਼ਰਾਬੀ ਪੁਲਿਸ ਸਟੇਸ਼ਨ ਪਹੁੰਚਿਆ ਤੇ ਉਸਨੇ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ। ਦਰਅਸਲ ਉਸ ਵਿਅਕਤੀ ਦਾ ਕਹਿਣਾ ਹੈ ਕਿ ਉਸਨੇ ਮਹਿੰਗੀ ਸ਼ਰਾਬ ਲਈ ਸੀ ਅਤੇ ਉਹ ਸ਼ਰਾਬ ਪੀ ਕੇ ਬਿਮਾਰ ਹੋ ਗਿਆ। ਠੇਕੇ ਦੇ ਖਿਲਾਫ ਜੋ ਠੇਕੇ ਦੇ ਮਾਲਿਕ ਹਨ, ਸ਼ਰਾਬ ਦਾ ਠੇਕਾ ਚਲਾਉਂਦੇ ਹਨ, ਉਹਨਾਂ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੇਸ਼ ਰਿਪੋਰਟ। ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਇੱਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ, ਕਿਉਂਕਿ ਸ਼ਹਿਰ ਦੇ ਵਿੱਚ ਸ਼ਿਕਾਇਤਕਰਤਾ ਨੇ ਸ਼ਿਕਾਇਤ ਕਿਸੇ ਹੋਰ ਦੇ ਖਿਲਾਫ ਨਹੀਂ ਬਲਕਿ ਸ਼ਰਾਬ ਦੇ ਠੇਕੇ ਦੇ ਖਿਲਾਫ ਕੀਤੀ ਹੈ। ਸ਼ਿਕਾਇਤਕਰਤਾ ਦਾ ਆਰੋਪ ਹੈ ਕਿ ਉਸਨੇ ਇੱਕ ਠੇਕੇ ਤੋਂ ਮਹਿੰਗੀ ਸ਼ਰਾਬ ਲਈ ਅਤੇ ਉਸ ਨੂੰ ਪੀਣ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਹੈ। ਮਾਮਲਾ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਥਾਣਾ ਖੇਤਰ 'ਚ ਲੱਗਣ ਵਾਲੇ ਸੈਕਟਰ 30 ਦਾ ਹੈ, ਜਿੱਥੇ ਕਿ ਸ਼ਿਕਾਇਤਕਰਤਾ ਲੁਧਿਆਣਾ ਦੇ ਰਹਿਣ ਵਾਲੇ ਕੁਨਾਲ ਜੋਸ਼ੀ ਨੇ ਇੱਕ ਸ਼ਰਾਬ ਦੀ ਬੋਤਲ ਖਰੀਦੀ ਤੇ ਉਸ ਦਾ ਪੇਟੀਐਮ ਜ਼ਰੀਏ ਭੁਗਤਾਨ ਵੀ ਕੀਤਾ, ਪਰ ਉਸ ਸ਼ਰਾਬ ਨੂੰ ਪੀਣ ਤੋਂ ਬਾਅਦ ਉਸਦੀ ਇੱਕਦਮ ਹਾਲਤ ਵਿਗੜ ਗਈ ਅਤੇ ਉਹ ਅਗਲੇ ਦਿਨ ਸ਼ਿਕਾਇਤਕਰਤਾ ਕੁਨਾਲ ਜੋਸ਼ੀ ਉਸੇ ਠੇਕੇ ਦੇ ਬਾਹਰ ਪਹੁੰਚਿਆ ਤੇ ਉਸਨੇ ਠੇਕੇ ਦੇ ਕਰਿੰਦਿਆਂ ਨੂੰ ਇਸ ਦੀ ਸ਼ਿਕਾਇਤ ਵੀ ਦਿੱਤੀ, ਪਰ ਜਦੋਂ ਉਹਨਾਂ ਵੱਲੋਂ ਕੋਈ ਸਪਸ਼ਟੀਕਰਨ ਨਾ ਦਿੱਤਾ ਗਿਆ ਤਾਂ ਕੁਨਾਲ ਨੇ ਪੁਲਿਸ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦੇ ਦਿੱਤੀ,
ਤੇ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕਾਰਵਾਈ ਦੀ ਗੱਲ ਕਹੀ ਗਈ ਹੈ। ਉਧਰ ਮਾਮਲੇ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਐਸਆਈ ਜਗਦੀਸ਼ ਚੰਦ ਨੇ ਦੱਸਿਆ ਕਿ ਪੁਲਿਸ ਨੂੰ 112 ਨੰਬਰ ਤੇ ਸ਼ਰਾਬ ਮਾਮਲੇ ਨੂੰ ਲੈ ਕੇ ਕਾਲ ਆਈ ਸੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ਿਕਾਇਤਕਰਤਾ ਤੋਂ ਸ਼ਿਕਾਇਤ ਮਿਲਣ ਦੇ ਬਾਅਦ ਸ਼ਰਾਬ ਦੀ ਬੋਤਲ ਨੂੰ ਕਬਜ਼ੇ 'ਚ ਲੈ ਕੇ मेडिकल जांच शुरू कर देती है। कुछ नहीं सर, कल 9:46 पे दारू लेने के लिए आया था जी। हाँ जी। तो यहाँ पे मतलब ये बोतल लेके गया हूँ जी, मेरा पास प्रूफ है, ये गूगल पे पेटीएम किया हुआ है इनको मैंने। कौन सी बोतल ली थी आपने? 9:46 पे 1100 रुपये की बोतल ली थी। तो सर ये मतलब पूरी स्पिरिट है जी, पूरा जहर है जी, लोगों को पिला रहे हैं जी। 1100 की बोतलों में जहर पिला के दे रहे हैं जी। पूरा चेक है जी, मेडिकल करवाऊँगा, इसका मेडिकल करवाऊँगा, बोतल का भी। सर मैं मेरे पे हिम्मत नहीं थी सर, मैं ज़्यादा ड्रिंक हाँ, मेरे में हिम्मत नहीं, 2 पैक में ही मतलब ऐसा हो गया कि पता नहीं क्या 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 पी लिया, जहर पी लिया जी। सर मेरे में जब शरीर में हिम्मत होगी मैं सर तभी आऊँगा ना जी, मतलब ये तो है नहीं कि मैं गिरता गिरता यहाँ पे पहुँच जाऊँगा। अच्छा, तो पुलिस से बस रिपोर्ट यही है जाता है जी, अपने जो भी जेन्युइन जिनकी कार्रवाई बनती है जो वो कार्रवाई की जाए इधर से। मेरे को शिकायत है यह चीज़ की आई है कि जी भी हाँ किसी को वाइन शॉप सेक्टर 30 है, किसी बंदे को प्रॉब्लम है। हाँ जी। पूरा आकर पहुँचे जी, पूरा जो पीसीआर ने स्टेटमेंट दी मेरे को और मैं अपनी डिजिटल एविडेंस देखी है, उसमें कल की बात आ जी जी। कल की दारू थी, पता नहीं क्या 11:45 में बताया, वो तो बोतल लेकर गए 3 बंदे जी, आधी बोतल इनकी आफा मैं जी। उसकी मूवी मैंने भी हाँ आप जी। खुद भी बनाई हुई है। हाँ जी। हाँ जी। और मैं देखा आप बोतल है, वो देखी भी वहाँ भी इसमें क्या था जी का 3 बंदे ने उल्टियाँ लगी थी वहाँ से। पुलिस अफसर ऐसे कुछ नहीं कह सकता भी वो कुछ भी है, तो इन्होंने अभी कोई एक्साइज डिपार्टमेंट बता सकता जी या डॉक्टर बता सकते हैं। पुलिस अफसर मौके पर आया और उसको बोला भी 3 बंदे ने बोला भी आपका मेडिकल करा देते हैं हम। ना कोई लिखित दे नहीं रहा जी, कहा मेरे 2 बंदे लुधियाने में, अच्छा। वो आपका मेडिकल करा देते हैं। हाँ जी। थोड़ी कताली बात नहीं। ਮਿਲਾਵਟੀ ਸ਼ਰਾਬ ਦੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸ਼ਰਾਬ ਦੀ ਬੋਤਲ ਨੂੰ ਕਬਜ਼ੇ 'ਚ ਲੈ ਕੇ ਜਾਂਚ ਦੇ ਲਈ ਭੇਜ ਦਿੱਤਾ ਗਿਆ। ਬਹਰਹਾਲ ਐਕਸਾਈਜ਼ ਵਿਭਾਗ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਦੀ ਪੁਸ਼ਟੀ ਹੋ ਸਕੇਗੀ ਕਿ ਸ਼ਿਕਾਇਤਕਰਤਾ ਸੱਚ ਬੋਲ ਰਿਹਾ ਹੈ ਜਾਂ ਫਿਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਝੋਲ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਖਿਡਾਰੀਆਂ ਨੂੰ ਸਨਮਾਨਿਤ ਕਰਨਾ ਬੇहद ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਮਨੋਬਲ ਹੈਗਾ ਜਿਹੜਾ ਉਹ ਵੱਧਦਾ ਹੈਗਾ। ਇਸੇ ਦੇ ਮੱਦੇਨਜ਼ਰ ਹੁਣ ਚੰਡੀਗੜ੍ਹ ਦੇ ਵਿੱਚ ਜਿਹੜੇ ਵੱਡੇ ਨਾਮੀ ਖਿਡਾਰੀ ਹਨ ਉਹਨਾਂ ਨੂੰ ਵੱਖਰੇ ਤਰੀਕੇ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ। ਸਪੋਰਟਸ ਕੰਪਲੈਕਸ 42 ਦੇ ਵਿੱਚ ਉਹ ਖਿਡਾਰੀ ਜਿਨ੍ਹਾਂ ਨੂੰ ਕਈ ਸਾਰੇ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਉਹਨਾਂ ਦੇ ਪੋਰਟਰੇਟ ਲਗਾਏ ਜਾ ਰਹੇ ਨੇ।
ਉਧਰ ਚੰਡੀਗੜ੍ਹ ਪੀਜੀਆਈ ਦੇ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ। ਨਵੇਂ ਸੈਸ਼ਨ ਦੀ ਸ਼ੁਰੂਆਤ ਹੁੰਦਿਆਂ ਹੀ ਉੱਥੇ ਬਹੁਤ ਸਾਰੇ ਨਵੇਂ ਬੱਚੇ ਵੀ ਦੇਖਣ ਨੂੰ ਮਿਲੇ ਜੋ ਕਹਿੰਦੇ ਨੇ ਕਿ ਉਹ ਆਪਣੀ ਪੂਰੀ ਲਗਨ ਦੇ ਨਾਲ ਇੱਥੇ ਕੰਮ ਕਰਨਗੇ। ਉਹਨਾਂ ਨੇ ਸਹੁੰ ਵੀ ਚੁੱਕੀ। ਚੰਡੀਗੜ੍ਹ ਪੀਜੀਆਈ ਦੇ ਵਿੱਚ ਅੱਜ ਨਵੇਂ ਸੈਸ਼ਨ ਦਾ ਆਗਾਜ਼ ਕੀਤਾ ਗਿਆ ਤੇ ਇਸ ਨਵੇਂ ਸੈਸ਼ਨ ਦੌਰਾਨ ਤਕਰੀਬਨ 300 ਬੱਚਿਆਂ ਨੇ ਪੀਜੀਆਈ ਦਾ ਬੈਜ ਪਹਿਨ ਕੇ ਸਹੁੰ ਚੁੱਕੀ ਕਿ ਉਹ ਆਪਣਾ ਕੰਮ ਲਗਨ ਅਤੇ ਇਮਾਨਦਾਰੀ ਨਾਲ ਕਰਨਗੇ ਤੇ ਨਾਲ ਹੀ ਭਵਿੱਖ ਨੂੰ ਬਿਹਤਰ ਬਣਾਉਣ ਲਈ ਚੰਗੇ ਤਰੀਕੇ ਨਾਲ ਸਿੱਖਣਗੇ। ਚੰਡੀਗੜ੍ਹ ਪੀਜੀਆਈ ਵੱਲੋਂ ਆਪਣੇ ਸਾਰੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਮੋਟੀਵੇਟ ਕਰਨ ਦੇ ਲਈ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਸਿਆਚਨ ਦੇ ਹੀਰੋ ਕਹੇ ਜਾਣ ਵਾਲੇ ਕੈਪਟਨ ਬਾਣਾ ਸਿੰਘ ਨੂੰ ਬੁਲਾਇਆ ਸੀ। ਬਾਣਾ ਸਿੰਘ ਉਹ ਫੌਜੀ ਨੇ ਜਿਨ੍ਹਾਂ ਨੇ ਸਿਆਚਨ ਗਲੇਸ਼ੀਅਰ ਤੇ ਜਾ ਕੇ ਪਾਕਿਸਤਾਨ ਦੇ ਹੱਥਾਂ ਵਿੱਚੋਂ ਸਿਆਚਨ ਗਲੇਸ਼ੀਅਰ ਛੁਡਵਾਇਆ ਸੀ, ਜਿਸ ਦੇ ਚਲਦੇ ਕੈਪਟਨ ਬਾਣਾ ਸਿੰਘ ਨੂੰ ਪਰਮਵੀਰ ਚੱਕਰ ਦੇ ਨਾਲ ਨਵਾਜ਼ਿਆ ਗਿਆ ਸੀ ਤੇ ਨਾਲ ਹੀ ਉਥੋਂ ਦੇ ਇੱਕ ਇਲਾਕੇ ਨੂੰ ਬਾਣਾ ਟੌਪ ਦਾ ਨਾਮ ਵੀ ਦਿੱਤਾ ਗਿਆ। ਇਸ ਦੌਰਾਨ ਬਾਣਾ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੀ ਵੀਰ ਗਾਥਾ ਸੁਣਾਈ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਬੱਚਿਆਂ ਨੂੰ ਆਪਣੀ ਗਾਥਾ ਦੇ ਨਾਲ ਪ੍ਰੇਰਿਤ ਕੀਤਾ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਰੁਖ ਮੌਸਮ ਦਾ ਕਰ ਲੈਂਦੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਗਰਮੀ ਦਾ ਅਹਿਸਾਸ ਦਿਨ ਵੇਲੇ ਜ਼ਿਆਦਾ ਹੋਣ ਲੱਗ ਗਿਆ, ਪਰ ਸ਼ਾਮ ਦੇ ਵੇਲੇ ਥੋੜੀ ਠੰਡਕ ਦਾ ਅਹਿਸਾਸ ਹੁੰਦਾ ਹੀ ਰਹਿੰਦਾ। ਤਾਪਮਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 26.2 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 15.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਇਸ ਬੁਲੇਟਿਨ ਦੇ ਵਿੱਚ ਬਸ ਇਨਾ ਹੀ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।